ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਬਾਬਾ ਜੀ ਕੁਝ ਕੁ ਸਵਾਲ ਪੁੱਛਣੇ ਸੀਗੇ ਜੀ ਤੁਹਾਡੇ ਤੋਂ। ਪੁੱਛੋ। ਤੁਸੀਂ ਜਨਮ ਸਥਾਨ ਦੇ ਇਕੱਲੇ ਮਾਲਕ ਕਿਵੇਂ ਬਣੇ ਜੀ? ਜਨਮ ਸਥਾਨ ਨਾਨਕਸਰ ਦੇ ਅਧੀਨ ਨੇ ਜੀ? ਦੇਖੋ, ਭਗਵਾਨ ਕ੍ਰਿਸ਼ਨ ਜੀ ਦੇ ਕੋਲੇ ਇੱਕ ਦਿਨ ਭ੍ਰਿਗੂ ਜੀ ਪੰਡਿਤ ਜੀ ਗਏ ਹਾਂਜੀ ਔਰ ਬੇਨਤੀ ਕੀਤੀ ਕਿ ਮਹਾਰਾਜ ਸਾਰੇ ਤੀਰਥ ਮੇਰੇ ਘਰੇ ਭੇਜੋ। ਹਾਂਜੀ ਮਹਾਰਾਜ ਜੀ ਕਹਿਣ ਲੱਗੇ ਵੀ ਤਥਾਸਤੂ। ਹਾਂਜੀ ਕੁਝ ਦਿਨਾਂ ਬਾਅਦ ਫਿਰ ਭ੍ਰਿਗੂ ਜੀ ਨੇ ਸ਼ਿਕਵਾ ਕੀਤਾ ਹਾਂਜੀ ਕਿ ਮਹਾਰਾਜ ਸਾਰੇ ਤੀਰਥ ਆਪ ਜੀ ਦੇ ਹੁਕਮ ਅਨੁਸਾਰ ਗਏ, ਹਾਂਜੀ ਇੱਕ ਮਥੁਰਾ ਤੀਰਥ ਨਹੀਂ ਗਿਆ। ਹਾਂਜੀ ਮਹਾਰਾਜ ਜੀ ਕਹਿਣ ਲੱਗੇ ਮਥੁਰਾ 3 ਲੋਕ ਸੇ ਨਿਆਰੀ, ਹਾਂਜੀ ਮਥੁਰਾ ਮੇਰੀ ਜਨਮ ਭੂਮੀ ਆ, ਹਾਂਜੀ ਮੇਰੀ ਜਨਮ ਭੂਮੀ ਮੈਂ ਤੁਹਾਨੂੰ ਨਹੀਂ ਦਿੱਤੀ। ਹਾਂਜੀ ਮਥੁਰਾ ਸਥਿਰ ਹੈ, ਹਾਂਜੀ ਇਹ ਸ਼ੇਰਪੁਰਾ, ਹਾਂਜੀ ਇਹ ਬਾਬਾ ਜੀ 4 ਭਰਾ ਸੀ। ਹਾਂਜੀ ਵੱਡਾ ਭਰਾ ਸੀ ਬਾਬਾ ਸੰਤਾ ਸਿੰਘ, ਉਦੋਂ ਛੋਟਾ ਸੀ ਭਗਤ ਸਿੰਘ, ਹਾਂਜੀ ਉਦੋਂ ਛੋਟਾ ਸੀ ਜਗਤ ਸਿੰਘ, ਚੌਥੇ ਸੀਗੇ ਬਾਬਾ ਨੰਦ ਸਿੰਘ ਜੀ ਮਹਾਰਾਜ। ਹਾਂਜੀ ਇੱਥੇ ਪਰਿਵਾਰ ਦੇ ਵਿੱਚ ਗਰੀਬੀ ਆ ਗਈ। ਹਾਂਜੀ ਇਹਨਾਂ ਚੌਹਾਂ ਭਰਾ, ਬਾਬਾ ਜੀ ਦੀ ਅਵਸਥਾ ਤਾਂ ਛੋਟੀ ਸੀ, ਹਾਂਜੀ ਇਹਨਾਂ ਨੇ ਘਰ ਗਹਿਣੇ ਕਰਕੇ ਇੱਥੋਂ ਹਾਂਜੀ ਤੇ ਜ਼ਮੀਨ ਗਹਿਣੇ ਕਰਕੇ ਇੱਥੋਂ ਟਿੰਡਾਵਾੜੀ ਨਿਵਾਸ ਕੀਤਾ। ਹਾਂਜੀ ਉੱਥੇ ਚਲੋ ਕੁਝ ਸਮਾਂ ਰਹੇ। ਬਾਬਾ ਜੀ ਤਾਂ ਉੱਥੋਂ ਤਪੱਸਿਆ ਕਰਨ ਵਾਸਤੇ ਨਿਕਲ ਗਏ। ਹਾਂਜੀ 3 ਭਰਾ ਸੀਗੇ, ਉਹਨਾਂ ਵਿੱਚੋਂ ਵੀ ਜਣ ਦੀ ਜਿਹੜੀ ਸਾਡੀ ਦਾਦੀ ਸੀਗੀ ਉਹ ਉੱਥੇ ਹੀ ਚੜ੍ਹਾਈ ਕਰ ਗਈ। ਹਾਂਜੀ ਸਾਡੇ ਪਿਤਾ ਜੀ ਬਾਬਾ ਸ਼ੇਰ ਸਿੰਘ ਹਾਂਜੀ ਇਹ ਛੋਟੀ ਅਵਸਥਾ ਦੇ ਵਿੱਚ ਸੀਗੇ ਜਦ ਨੂੰ ਇੱਥੇ ਪਿੰਡ ਵਾਪਸ ਆ ਗਏ। ਹਾਂਜੀ ਉਹ ਜਗ੍ਹਾ ਮੈਂ ਹੁਣ ਲਈ ਆ ਹਾਂਜੀ ਜਿੱਥੇ ਆ ਕੇ ਰਹੇ ਸੀ। ਹਾਂਜੀ ਇਹ ਗਹਿਣੇ ਸੀ। ਹਾਂਜੀ ਨਾਨਕਸਰ ਦੇ ਵਿੱਚ ਹਾਂਜੀ ਉਸ ਟਾਈਮ ਬਾਬਾ ਜੀ ਦੇ ਦਰਗਾਹ ਦੇ ਵਿੱਚ ਚਲੇ ਜਾਣ ਤੋਂ ਬਾਅਦ ਫਿਰ ਰੌਲਾ ਪੈ ਗਿਆ ਹਾਂਜੀ ਵੀ ਉੱਥੇ ਨਾਨਕਸਰ ਦੇ ਵਿੱਚ ਆਗੂ ਕਿਹਨੂੰ ਟਿੱਕੇ। ਬਾਬਾ ਜੀ ਕਿਸੇ ਨੂੰ ਗੱਦੀ ਨਹੀਂ ਦੇ ਕੇ ਗਏ ਸੀ। ਹਾਂਜੀ ਸੰਤ ਈਸ਼ਰ ਸਿੰਘ ਨੂੰ ਕੋਈ ਗੱਦੀ ਨਹੀਂ ਦਿੱਤੀ ਬਾਬਾ ਜੀ ਨੇ। ਹਾਂਜੀ ਇਹ ਤਾਂ ਸਿਰਫ ਮਗਰੋਂ ਬਣਾਈ ਫਿਰਦੇ ਜਲਾਓ। ਹਾਂਜੀ ਇੱਕ ਆ ਗੱਪ ਬੜੀ ਛੱਡਦਾ ਉਹ ਕੀ ਨਾ ਉਹਦਾ, ਆ ਜਗਰਾਉਂ ਦਾ ਮਾਸਟਰ ਬਲਵੀਰ ਹੁੰਦਾ ਸੀਗਾ, ਹਾਂਜੀ ਉਹ ਬੜਾ ਹੀ ਗੱਪ ਛੱਡਦਾ। ਹਾਂਜੀ ਇੱਕ ਉਹਦਾ ਮੁੰਡਾ ਉਦੋਂ ਵੱਡੇ ਵੱਡੇ ਗੱਪ ਛੱਡਦਾ। ਹਾਂਜੀ ਇੱਥੇ ਨਾਨਕਸਰ ਆਇਆ, ਆਪਣੀ ਪੂਰਨਮਾਸ਼ੀ ਪਰੀ ਕਿਹੜਾ ਦਿਨ ਸੀਗਾ, ਹਾਂਜੀ ਇੱਥੇ ਆ ਕੇ ਉਹਨੇ 3-4 ਗੱਪ ਬੜੇ ਵੱਡੇ ਛੱਡੇ। ਹਾਂਜੀ ਬਾਬਾ ਜੀ ਐਂ ਕਹਿੰਦੇ ਸੀ, ਬਾਬਾ ਜੀ ਐਂ ਕਹਿੰਦੇ ਸੀ, ਝੂਠ ਬੋਲਦਾ, ਕੁਫਰ ਤੋਲੀ ਜਾਂਦਾ ਸਾਰੀ ਦਿਹਾੜੀ। ਹਾਂਜੀ ਉੱਥੇ ਨਾ ਸੰਤ ਈਸ਼ਰ ਸਿੰਘ ਨੂੰ ਗੱਦੀ ਦਿੱਤੀ, ਹਾਂਜੀ ਕੁਛ ਨਹੀਂ ਹੋਇਆ। ਹਾਂਜੀ ਬਾਬਾ ਜੀ ਦੇ ਦੁਸਹਿਰੇ ਤੇ ਕਿਸੇ ਦੇ ਪੱਗ ਨਹੀਂ ਵੱਜੀ, ਕੁਛ ਨਹੀਂ ਹੋਇਆ। ਹਾਂਜੀ ਫਿਰ ਆਖਰਕਾਰ ਸੰਗਤਾਂ ਨੇ ਸੋਚਿਆ ਵੀ ਆਪਾਂ ਹੁਣ ਕਰੀਏ ਕੀ। ਹਾਂਜੀ ਸੰਗਤਾਂ ਦਾ ਇਕੱਠ ਹੋਇਆ, ਵਿੱਚੋਂ ਮੋਹਤਵਰ ਬੰਦੇ ਚੁਣੇ ਗਏ ਪਿੰਡਾਂ ਦੇ, ਹਾਂਜੀ ਜਿਨ੍ਹਾਂ ਦੇ ਵਿੱਚ ਮੌਕੇ ਤੇ ਸੰਤ ਸੁਜਾਨ ਸਿੰਘ ਵੀ ਸੀਗਾ, ਹਾਂਜੀ ਉਹ ਵੀ ਮੌਜੂਦ ਸੀਗਾ, ਹਾਂਜੀ ਤੇ ਬਾਬਾ ਸ਼ੇਰ ਸਿੰਘ ਵੀ ਸੀਗਾ। ਹਾਂਜੀ ਚਲੋ ਉਹ ਇਹਨਾਂ ਨੇ ਫਿਰ ਸਾਰਿਆਂ ਨੇ ਰਲ ਕੇ ਮਤਾ ਪਕਾਇਆ ਹਾਂਜੀ ਵੀ ਇਹ ਜਿਹੜਾ ਸੰਤ ਈਸ਼ਰ ਸਿੰਘ ਹੈ ਬਾਬਾ ਜੀ ਦੀ ਸੇਵਾ ਕਰਦਾ ਹੁੰਦਾ ਸੀ, ਹਾਂਜੀ ਵੀ ਕਿਉਂ ਨਾ ਹੋਵੇ ਵੀ ਇੱਥੇ ਝਾੜੂ ਦੀ ਸੇਵਾ ਜਿਹੜੀ ਹੈ ਨਾਨਕਸਰ ਦੀ। ਹਾਂਜੀ ਨਾਨਕਸਰ ਤਾਂ ਪਹਿਲਾਂ ਵੀ ਨਾਨਕਸਰ ਸੀਗਾ, ਕੋਈ ਇਹ ਨਹੀਂ ਵੀ ਹੁਣ ਆ ਕੇ ਈਸ਼ਰ ਸਿੰਘ ਨੇ ਬਣਾਇਆ ਸੀ ਨਾਨਕਸਰ। ਹਾਂਜੀ ਇਹ ਤਾਂ ਕੱਚੇ ਤੋਂ ਪੱਕਾ ਹੋਇਆ, ਪਹਿਲਾਂ ਕੱਚਾ ਸੀ ਸਾਰਾ, ਹਾਂਜੀ ਤੇ ਪੱਕਾ ਬਣ ਗਿਆ। ਹਾਂਜੀ ਉਹ ਵੀ ਰਾਜ ਮਾਤਾ ਦਾ ਸੋਨਾ ਸੀਗਾ, ਪੈਸਾ ਸੀਗਾ, ਉਹ ਵੇਚ ਕੇ ਫਿਰ ਇਹ ਲਾਈ ਗਏ। ਇੱਥੇ ਬਾਬਿਆਂ ਕੋਲੇ ਬੜੀ ਸੰਗਤ ਆਉਂਦੀ ਆ, ਬਾਬਿਆਂ ਕੋਲੇ ਆਹ ਹੁੰਦਾ, ਬਾਬਿਆਂ ਕੋਲੇ ਆਹ ਹੁੰਦਾ। ਹਾਂਜੀ ਜਾਂਦੀ ਇਹ ਜਿਹੜੀ ਝਾੜੂ ਦੀ ਸੇਵਾ ਸੰਤ ਈਸ਼ਰ ਸਿੰਘ ਨੂੰ ਦਿੱਤੀ। ਹਾਂਜੀ ਫਿਰ ਭਿੰਗਮਾਂ ਨੇ ਈਰਖਾ ਕੀਤੀ, ਇਹਨੂੰ ਇੱਥੋਂ ਕੱਢਤਾ। ਹਾਂਜੀ ਇਹ 7 ਸਾਲ ਫਿਰ ਜਿਹੜਾ ਉਹ ਸੋਨਾ ਸੀਗਾ, ਬਾਜਿਆਂ ਦੀਆਂ ਪੇਟੀਆਂ ਵੀ ਬਾਜੇ ਲੈ ਕੇ ਚੱਲੇ ਅਸੀਂ, ਹਾਂਜੀ ਉਹ ਫਿਰ ਝੋੜੀ ਲੈ ਕੇ ਉੱਥੇ 7 ਸਾਲ ਰਹੇ। ਹਾਂਜੀ ਉਹ ਜਿੱਥੇ ਉਹ ਨਰੈਣੇ ਨੇ ਬਣਾਇਆ ਹੋਇਆ ਆਪਣਾ ਗੁਰਦੁਆਰਾ ਜਿਹਾ, ਹਾਂਜੀ 13 ਮੰਜ਼ਿਲ ਕਰਦਾ ਹੁੰਦਾ ਕਾਲਾ, ਹਾਂਜੀ ਉਹ ਹਾਂਜੀ ਉੱਥੇ ਫਿਰ ਰਹੇ ਇਹ। ਹਾਂਜੀ
ਉਦੋਂ ਬਾਅਦ ਫਿਰ ਉਹੀ ਸੰਗਤ ਮੁੜ ਫਿਰ ਕਹਿਣ ਲੱਗੀ ਵੀ ਆਪਾਂ ਤਾਂ ਉਹਨੂੰ ਟਿਕਿਆ ਸੀਗਾ ਝਾੜੂ ਹਾਂਜੀ ਦੀ ਸੇਵਾ ਵਾਸਤੇ, ਹਾਂਜੀ ਵੀ ਚਲੋ ਆਪਾਂ ਇਕੱਠੇ ਹੋਵੋ, ਫਿਰ ਉਹਨੂੰ ਲੈ ਕੇ ਆਂਦਾ ਇੱਥੇ। ਹਾਂਜੀ ਦੂਜੇ ਪੁਰਾਣੇ ਭਿੰਗਮ ਸੀ ਉਹਨਾਂ ਨੂੰ ਫਿਰ ਇੱਥੋਂ ਰੁਖਸਤ ਕਰ ਦਿੱਤਾ। ਹਾਂਜੀ ਜਦੀ ਇਹ ਜਿਹੜੀਆਂ ਚੀਜ਼ਾਂ ਮੈਂ ਇੱਥੇ ਦਾ ਕੱਲਾ ਮਾਲਕ ਇੱਦਾਂ ਬਣਿਆ। ਹਾਂਜੀ ਫਿਰ ਇਹੀ ਜਿਹੜਾ ਗਹਿਣਾ ਸੀਗਾ, ਹਾਂਜੀ ਸਾਡੇ ਕੋਲ ਤਾਂ ਗਰੀਬੀ ਸੀ, ਕੋਈ ਪੈਸਾ ਨਹੀਂ ਸੀਗਾ। ਹਾਂਜੀ ਸੰਤ ਸੁਜਾਨ ਸੋ ਕਹਿੰਦਾ ਮੈਂ ਦਊਂ ਪੈਸਾ। ਹਾਂਜੀ ਬਾਬਾ ਸ਼ੇਰ ਸੋ ਨੂੰ ਕਹਿਣ ਲੱਗਾ ਵੀ ਮੈਂ ਪੈਸਾ ਦਊਂਗਾ, ਤੂੰ ਇਹ ਗਹਿਣਾ ਉਤਾਰ। ਹਾਂਜੀ ਫਿਰ ਉਹਨੇ ਚੌਹਾਂ ਭਰਾਵਾਂ ਦੇ, ਹਾਂਜੀ ਬਾਬਾ ਜੀ ਦੇ ਜਿਹੜੇ 4 ਭਰਾ ਸੀ ਨਾ, ਇਹਨਾਂ ਦਾ ਚੌਹਾਂ ਭਰਾਵਾਂ ਦਾ ਵਾਰਸ ਬਣ ਕੇ ਉਹਨੇ ਜ਼ਮੀਨ ਦਾ ਤੇ ਜਨਮ ਸਥਾਨ ਦਾ ਗਹਿਣਾ ਉਤਾਰਿਆ, ਹਾਂਜੀ ਜਿੱਥੋਂ ਅਸੀਂ ਮਾਲਕ ਬਣੇ ਆ। ਠੀਕ ਫਿਰ ਬਾਬਾ ਸ਼ੇਰ ਸੋ ਬਣ ਗਿਆ। ਹਾਂਜੀ ਬਾਬੇ ਸ਼ੇਰ ਤੋਂ ਬਾਅਦ ਅਸੀਂ 3 ਆ ਗਏ ਹਾਂਜੀ ਹੈ, ਹਾਂਜੀ ਤੇ ਤਿੰਨਾਂ ਦੇ ਵਿੱਚੋਂ ਜੋ 2 ਤਾਂ ਭੈਂਕਵੀਂ ਸੀਗੇ, ਛੜੇ ਹੀ ਸੀ, ਹਾਂਜੀ ਤੇ ਮੈਂ ਵਿਆਹ ਹੋਇਆ। ਹਾਂਜੀ ਮੇਰੀ ਸ਼ਾਦੀ ਹੋਈ ਆ, ਇੱਕ ਦੀ ਬਜਾਏ 2 ਹੋਈਆਂ। ਹਾਂਜੀ ਮੇਰੀਆਂ 2 ਸ਼ਾਦੀਆਂ। ਹਾਂਜੀ ਮੇਰੇ ਔਲਾਦ ਆ, ਮੇਰਾ ਮੁੰਡਾ ਹਾਂਜੀ ਮੇਰੇ ਬਰਾਬਰ ਖੜਾ, ਹਾਂਜੀ ਮੁੰਡੇ ਦੇ ਗਾਂ ਫੇਰ ਮੁੰਡਾ, ਮੇਰਾ ਪੋਤਾ। ਹਾਂਜੀ ਇਹ ਜਾਂਦੀ, ਇਹ ਤਾਂ ਜਨਮ ਸਥਾਨ ਸਾਡੀ ਮਾਲਕੀ ਆ। ਇਹ ਨਹੀਂ ਹੈ ਨਾਨਕਸਰ ਦੇ ਅੰਡਰ ਨਹੀਂ ਹੋ ਸਕਦੀ। ਹਾਂਜੀ ਨਾਨਕਸਰੇ ਦੇ ਅੰਡਰ ਹੋ ਸਕਦਾ ਹੈ, ਹਾਂਜੀ ਕਿਉਂਕਿ ਜੇ ਉਹ ਮੈਨੂੰ ਕਾਗਜ਼ ਕੋਈ ਮਿਲ ਗਿਆ ਨਾਨਕਸਰ ਦਾ ਵੀ ਬਾਬਾ ਜੀ ਦੇ ਨਾਂ ਦੇ ਉੱਤੇ ਆ, ਤਾਂ ਮੈਂ ਇਹਨਾਂ ਸਾਰਿਆਂ ਤੇ ਕੇਸ ਕਰੂੰਗਾ। ਮੈਂ ਚੁੱਪ ਕਰਕੇ ਨਹੀਂ ਬੈਠਣ ਵਾਲਾ ਬੰਦਾ। ਹਾਂਜੀ ਕੋਹੜ ਤਾਂ ਮੇਰੇ ਹੱਥ ਪੈਰ ਚੱਲਦੇ ਆ 4 ਛਪੇਰੇ, ਹਾਂਜੀ ਮੇਰਾ ਹੱਥ ਪੈਸਿਆਂ ਨੂੰ ਵੀ ਪੈਂਦਾ, 4 ਛਪੇਰੇ ਪੈਂਦਾ। ਹਾਂਜੀ ਮੈਂ ਉਹ ਪੰਗਾ ਖੜਾ ਕਰੂੰਗਾ, ਹਾਂਜੀ ਪਰ ਮੈਂ ਕਾਗਜ਼ ਲੱਭ ਰਿਹਾ, ਮੈਨੂੰ ਜੀ ਠੋਸ ਕਾਗਜ਼ ਮਿਲ ਗਏ ਵੀ ਇਹ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਜਿਹੜੇ ਹੈਗਾ ਉੱਥੋਂ ਦਾ ਦੂਜਾ ਆਪਣਾ ਇਹ ਜਿਹੜੀ ਜ਼ਮੀਨ ਆ ਜਿੱਥੇ ਅਸਥਾਨ ਬਣਿਆ ਬਾਬਾ ਜੀ ਨੇ ਬਣਵਾਇਆ ਸੀ, ਕਹਿ ਕੇ ਹਾਂਜੀ ਇਹ ਨਕਸ਼ਾ ਜਿਹੜਾ ਬਣਵਾਇਆ ਸੀਗਾ, ਇਹ ਸਾਰਾ ਬਾਬਾ ਜੀ ਦੀ ਉਹਨਾਂ ਨੇ ਨਕਸ਼ਾ ਬਾਬਾ ਜੀ ਨੇ ਬਣਵਾਇਆ, ਇਹਨੇ ਕੱਚੇ ਤੋਂ ਪੱਕਾ ਕਰ ਦਿੱਤਾ। ਹਾਂਜੀ ਗੱਲ ਤਾਂ ਸਾਰੀ ਆਹ। ਹੁਣ ਉਹਦੇ ਵਿੱਚ ਸ਼ਕਤੀ ਸਮਝ ਲਓ ਜਾਂ ਇਹ ਅਵਤਾਰ ਸਮਝ ਲਓ ਜਾਂ ਕਿਸੇ ਨੂੰ ਕੁਛ ਬਣਾ ਲਓ, ਕਿਸੇ ਨੂੰ ਕੁਛ ਬਣਾ ਲਓ। ਉਹ 1-2 ਬੰਦੇ ਹੀ ਆ ਨਾਨਕਸਰ ਦੇ ਵਿੱਚ, ਵੀ ਸਾਰੇ ਨਹੀਂ ਹੈ। ਹਾਂਜੀ ਸਾਰੇ ਤਾਂ ਮੇਰੇ ਨਾਲ ਮਿਲਵਰਤਨ ਰੱਖਦੇ ਆ। ਹਾਂਜੀ ਜਾਂਦੀ ਉਹ ਇੱਕ ਬੰਦਾ ਹੈਗਾ ਉਹ ਪਰੇ, ਨਰਾਇਣ ਸਿਉਂ ਦਾ ਚੇਲਾ। ਹਾਂਜੀ ਹੁਣ ਜੇ ਮੈਂ ਗ੍ਰਸਤੀ ਆ, ਹਾਂਜੀ ਨਰਾਇਣ ਸਿਉਂ ਵੀ ਗ੍ਰਸਤੀ ਸੀ। ਹਾਂਜੀ ਨਰਾਇਣ ਸਿਉਂ ਦੀ ਲੜਕੀ ਵੀ ਆ, ਹਾਂਜੀ ਨਰਾਪੁਰਾ ਗ੍ਰਸਤੀਪੁਰਾ ਨਹੀਂ ਆ ਉਹ, ਹਾਂਜੀ ਉਹਦੇ ਲੜਕੀ ਵੀ ਆ। ਹਾਂਜੀ ਉਹ ਦੋਹਤਿਆਂ ਵਾਲਾ, ਪੋਤੀਆਂ ਵਾਲਾ। ਹਾਂਜੀ ਜਦ ਇਹ ਲੜਕੀਆਂ ਲੁੜਕੀਆਂ ਜਿਹੜਾ ਕੁਛ ਹੈਗਾ, ਇਹ ਤਾਂ ਇਹਨਾਂ ਦੀ ਆਪ ਦੀਆਂ ਕੱਛ 'ਚ, ਲੋਕਾਂ ਦੀਆਂ ਸੱਥ 'ਚ, ਇਹ ਨਾਨਕਸਰ ਦੀ ਮਰਜ਼ਾਦਾ ਮੁੱਢ ਤੋਂ ਹੀ ਚੱਲੀ ਆਉਂਦੀ ਹੈ। ਇਹ ਜਿਹੜਾ ਘਾਲਾ ਹੈ ਨਾ, ਸਾਰੀ ਜਿਹੜੀ ਪੂਰਨਮਾਸ਼ੀ ਨੂੰ ਤੁਸੀਂ ਦੇਖਿਆ ਕਰੋ ਹਾਂਜੀ ਕਿਵੇਂ ਕੁਫਰ ਤੋਲਦਾ, ਝੂਠ ਬੋਲੀ ਜਾਂਦਾ। ਉਹ ਮਾਸਟਰ ਬਲਵੀਰ ਦਾ ਮੁੰਡਾ, ਉਹ ਉਦੋਂ ਝੂਠ ਬੋਲੀ ਜਾਂਦਾ। ਹੋਰ ਕੋਈ ਗੱਲ ਹੈਗੀ ਤਾਂ ਪੁੱਛ ਲਓ, ਦੱਸੋ। ਅੱਛਾ ਜੀ, ਮੇਰਾ ਦੂਸਰਾ ਸਵਾਲ ਇਹ ਸੀਗਾ ਜੀ, ਕੀ ਸੇਠ ਧਨਪਤ ਨੂੰ ਕਹਿ ਕੇ ਹੀ ਸੰਤ ਕੁੰਦਨ ਸਿੰਘ ਨੇ ਜਨਮ ਸਥਾਨ ਬਣਾਇਆ ਸੀਗਾ ਜੀ? ਦੇਖੋ, ਜਨਮ ਸਥਾਨ ਤਾਂ ਬਣਾਇਆ ਸੀ ਬਾਬਾ ਸ਼ੇਰ ਸਿੰਘ ਨੇ, ਹਾਂਜੀ ਇਹਨੂੰ ਪਲਸਤਰ ਨਹੀਂ ਸੀ ਹੋਇਆ। ਹਾਂਜੀ ਸੰਤ ਕੁੰਦਨ ਸਿੰਘ ਨੇ ਧਨਪਤ ਨੂੰ ਕਹਿ ਕੇ ਹਾਂਜੀ ਇਹਦਾ ਪਲਸਤਰ ਕਰਾਇਆ, ਹੋਰ ਸਾਰਾ ਕੁਝ ਕਰਾਇਆ। ਹਾਂਜੀ ਛੋਟਾ ਜਿਹਾ ਜਨਮ ਸਥਾਨ ਸੀ, ਹਾਂਜੀ ਇਹ ਤਾਂ ਮੈਂ ਵਧਾਇਆ ਸਾਰਾ। ਆਹ ਜਿੰਨਾ ਥਾਂ ਲੈ ਕੇ ਹੁਣ ਕਿਹੜਾ ਮੈਂ ਹਟਦਾ, ਹੁਣ ਵੀ ਥਾਂ ਖਰੀਦਦਾ। ਹਾਂਜੀ ਮੈਨੂੰ ਥਾਂ ਮਿਲੇ ਸਹੀ, ਮੈਂ ਜਦ ਹੀ ਖਰੀਦ ਲੈਣਾ। ਹਾਂਜੀ ਜਾਂਦੀ ਇਹ ਜਿੰਨਾ ਕੁਝ ਵਧਾਇਆ, ਇਹ ਸਿਰਫ ਬਾਬਾ ਜੀ ਦੀ ਬਖਸ਼ਿਸ਼ ਬਾਬਾ ਜੀ ਦੀ ਆ, ਪਰ ਮੈਂ ਕਰ ਮੈਂ ਗਿਆ। ਠੀਕ ਹੈ। ਕੋਈ ਇੱਥੇ ਕੋਈ ਕੁਛ ਨਹੀਂ ਸੀਗਾ। ਜੋ ਗੁੰਮਟੀਆਂ ਬਣਵਾਈਆਂ ਸੀ, ਸਭ ਕੁਝ ਮੈਂ ਤੋੜਤੀਆਂ। ਕੋਈ ਪਲਾਸਟਰ ਸੀਗਾ ਉਹ ਵੀ ਮੈਂ ਸਾਰੇ ਲਾਹਤੇ, ਨਵੇਂ ਆਪਦਾ ਮੈਂ ਸਾਰਾ ਕੁਝ ਕੀਤਾ। ਮੂਰੇ ਹਾਲ ਬਣੇ, ਜੋ ਹੋਰ ਕੁਝ ਬਣ ਰਿਹਾ, ਤੇ ਇਹ ਸਾਰਾ ਕੁਝ ਇਹ ਤਾਂ ਮੈਂ ਕਰ ਰਿਹਾ। ਹਾਂਜੀ ਹਾਂ, ਦੱਸੋ ਹੋਰ। ਅੱਛਾ, ਤੀਜਾ ਸਵਾਲ ਮੇਰਾ ਸੀ, ਇਹ ਕਹਿੰਦੇ ਆ ਜੀ ਵੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਗਊ ਮੱਤ ਚਲਾਇਆ ਸੀ, ਤੇ ਫਿਰ ਮੈਂ ਸੁਣਿਆ ਕਿ ਤੁਹਾਡੇ 3 ਵਿਆਹ ਵਾ ਜੀ। ਹੈ ਇਹ ਕਹਿੰਦੇ ਆ
ਵੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਜੀ ਬਿਹੰਗਮ ਮਤ ਚਲਾਇਆ ਸੀਗਾ, ਹਾਂ ਤੇ ਮੈਂ ਸੁਣਿਆ ਮੈਂ ਵੀ ਤੁਹਾਡੇ 3 ਵਿਆਹ ਸੀਗੇ ਜੀ। ਨਹੀਂ, 2 ਤਾਂ ਹੈਗੇ ਆ। ਹਾਂਜੀ ਜੇ ਇਹਨਾਂ ਦੇ ਮਨ ਦੇ ਵਿੱਚ ਚਾਅ ਹੀ ਹੈ ਮੇਰਾ ਤੀਜਾ ਵਿਆਹ ਕਰਨ ਦਾ। ਹਾਂਜੀ ਉਹ ਗੱਲ ਤਾਂ ਸਾਰੀ ਸੀਗੀ, ਸੰਤ ਈਸ਼ਰ ਸਿੰਘ ਦਾ ਭਰਾ ਸੀਗਾ ਹਾਂਜੀ ਇੰਦਰ ਸਿੰਘ। ਹਾਂਜੀ ਉਹ ਜਾ ਕੇ ਸੰਤ ਈਸ਼ਰ ਸਿੰਘ ਦੀ ਮਾਤਾ ਕਹਿੰਦੀ ਵੀ ਮੈਂ ਮੁੰਡੇ ਨੂੰ ਘਰੇ ਲੈ ਕੇ ਜਾਣਾ, ਬਈ ਇਹਨੂੰ ਤੁਸੀਂ। ਉਹ ਕਹਿੰਦੇ ਮਾਈ ਤੂੰ ਐਦੇ ਛੋਟੇ ਦੇ ਹੀ ਵਿਆਹ ਕਰ ਲਾ। ਉਹਦੇ 2-3 ਵਿਆਹ ਸੀਗੇ ਸੰਤ ਈਸ਼ਰ ਸਿੰਘ। ਗੱਲ ਤਾਂ ਉਹ ਨਾਲ, ਹਾਂਜੀ ਹਾਂ, ਹੋਰ ਨਹੀਂ ਕੋਈ ਗੱਲਬਾਤ ਆ। 2 ਹੀ ਆ। ਨੌ ਦੀ ਔਲਾਦ ਵੀ ਹੈਗੀ, ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਸਾਰਾ ਕੁਛ ਹੈਗਾ। ਹਾਂਜੀ ਹਾਂ ਦੱਸੋ। ਅੱਛਾ, ਲਾਸਟ ਸਵਾਲ ਇਹ ਸੀਗਾ ਜੀ, ਕੀ ਸੰਤ ਨਿਰਮਲ ਸਿੰਘ ਜੀ ਕੰਨੀਆਂ ਵਾਲੇ ਦੇਹਰਾਦੂਨ ਵਿੱਚ ਲੁਕੇ ਰਹੇ ਸੀਗੇ ਜੀ? ਕਿਉਂ ਡਾਕੂ ਸੀ ਉਹ ਹਾਂਜੀ ਜਿਹੜਾ ਲੁਕਣਾ? ਹਾਂਜੀ ਉਹ ਤਾਂ ਮਾਸਟਰ ਬਲਵੀਰ ਦਾ ਜਿਹੜਾ ਮੁੰਡਾ ਨਾ ਗੁਰਪਾਲਾ, ਹਾਂਜੀ ਇਹ ਗੁਰਪਾਲੇ ਦੀਆਂ ਗੱਲਾਂ ਸਾਰੀਆਂ, ਜਾਂ ਇਹਨਾਂ ਦੀਆਂ ਆਹ ਨਰੈਣ ਸਿੰਘ ਕੀਆਂ। ਹਾਂਜੀ ਆਪ ਤਾਂ ਕਿਸੇ ਨੂੰ ਦੱਸਦੇ ਨਹੀਂ ਵੀ ਨਰੈਣ ਸਿੰਘ ਪਿਆ ਹੋਇਆ ਸੀਗਾ, ਆਪਦੀ ਘਰ ਵਾਲੀ ਛੱਡ ਕੇ ਭੱਜਿਆ ਹੋਇਆ। ਇਹਨੂੰ ਸਾਰੇ ਕਹਿੰਦੇ ਸੀ ਵੀ ਇਹ ਪਿੱਠ ਚਿੱਟਾ। ਹਾਂਜੀ ਮੈਨੂੰ ਪਤਾ ਨਾ ਲੱਗੇ, ਮੈਂ ਨਾਨਸਰ ਦੇ ਵਿੱਚ ਰਹਿੰਦਾ ਸੀ, ਵੀ ਪਿੱਠ ਚਿੱਟਾ ਕੀ ਹੁੰਦਾ। ਹਾਂਜੀ ਉਹ ਜਦੋਂ ਵੀ ਕੋਈ ਗੱਲ ਚੱਲਣੀ ਉਹਨਾਂ ਨੇ ਕਹਿਣਾ ਪਿੱਠ ਚਿੱਟਾ ਆਉਂਦਾ। ਹਾਂਜੀ ਆਉਂਦਾ ਹੁੰਦਾ ਸੀ ਨਰੈਣ ਸਿੰਘ। ਹਾਂਜੀ ਮੈਂ ਕਿਹਾ ਯਾਰ ਇਹਨੂੰ ਪਿੱਠ ਚਿੱਟਾ ਕਾਹਤੋਂ ਕਹਿੰਦੇ ਆ? ਇਹ ਕਹਿੰਦੇ ਪਿੱਠ ਦਿਖਾ ਕੇ ਭੱਜਿਆ ਹੋਇਆ। ਹਾਂਜੀ ਨਾਨਸਰ ਦੇ ਵਿੱਚ ਕਈ ਤਰ੍ਹਾਂ ਦੀ ਦੁਨੀਆ ਉੱਥੇ। ਇੱਕ ਤਾਂ ਹੈਗੀ ਆ ਬਿਹੰਗਮ। ਹਾਂਜੀ ਬਿਹੰਗਮ ਉਹਨੂੰ ਕਹਿੰਦੇ ਜਿਹੜਾ ਹੰਗਤਾ ਮਮਤਾ ਤੋਂ ਦੂਰ ਹੈ, ਹਾਂਜੀ ਹੰਕਾਰ ਤੇ ਮੋਹ ਤੋਂ ਦੂਰ ਹੈ, ਉਹਨੂੰ ਕਹਿੰਦੇ ਆ ਬਿਹੰਗਮ। ਠੀਕ ਆ। ਠੀਕ ਹੈ। ਤੇ ਦੂਸਰੇ ਨੰਬਰ ਤੇ ਆ ਗਏ ਗ੍ਰਸਤੀ, ਜਿਵੇਂ ਮੈਂ ਗ੍ਰਸਤੀ ਆ। ਹਾਂਜੀ ਹੈ ਕੰਮ ਬਿਹੰਗਮਾਂ ਵਾਲੇ ਕਰਦਾ ਮੈਂ ਹਾਂਜੀ ਮੈਂ ਗ੍ਰਸਤੀ ਆ। ਹਾਂਜੀ ਨਾਨਸਰ ਦੇ ਵਿੱਚ ਇਹ ਤੀਸਰੇ ਨੰਬਰ ਤੇ ਆ ਗਏ ਗਰਸੇ ਹੋਏ। ਹਾਂਜੀ ਨਾ ਉਹ ਗ੍ਰਸਤੀ ਆ ਨਾ ਉਹ ਬਿਹੰਗਮ ਆ, ਗਰਸੇ ਹੋਏ। ਗਰਸੇ ਹੋਏ ਮੁੰਡਿਆਂ ਨਾਲ ਵਿਆਹ ਕਰਾਈ ਫਿਰਦੇ ਆ। ਹਾਂਜੀ ਮੈਂ ਨਾਨਸਰ ਦੇ ਵਿੱਚ, ਮੇਰੀਆਂ ਅੱਖਾਂ ਨਹੀਂ ਕੰਮ ਕਰਦੀਆਂ, ਮੈਂ ਤੈਨੂੰ ਹੁਣੇ ਲਿਜਾ ਕੇ ਦਿਖਾਉਣ ਦਾ ਵੀ ਆਹ ਜੋੜਾ, ਇਹਦਾ ਇਹਦੇ ਨਾਲ ਵਿਆਹ ਹੋਇਆ, ਇਹਦਾ ਇਹਦੇ ਨਾਲ ਵਿਆਹ ਹੋਇਆ ਹਾਂਜੀ ਨਾਨਸਰ ਦੇ ਵਿੱਚ ਇਹ। ਤੇ ਫਿਰ ਮੁੜ ਕੇ ਕਹਿ ਦੇਣਾ ਇਸਤਰੀ ਨੂੰ ਮਾਂ, ਪੈਸੇ ਨੂੰ ਗਾਂ। ਲੋਕਾਂ ਦੇ ਵਿੱਚ ਛੋ ਨਹੀਂ ਹੋ ਰਹੇ, ਹਾਂਜੀ ਅੰਦਰੇ ਅੰਦਰ ਵਿਆਹ ਕਰਾਏ ਹੋਏ ਆ ਇਹਨਾਂ ਦੀ। ਹਾਂਜੀ ਤੇ ਉਹ ਇੱਕ ਦੂਜੇ ਨੂੰ ਬੰਨੀ ਬੈਠੇ ਆ, ਇੱਕ ਦੂਜੇ ਨਾਲ ਸੌਹਾਂ ਖਾਧੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ, ਵੀ ਤੂੰ ਮੈਨੂੰ ਨਹੀਂ ਛੱਡ ਕੇ ਜਾਣਾ, ਮੈਂ ਤੈਨੂੰ ਨਹੀਂ ਛੱਡ ਕੇ ਜਾਂਦਾ। ਹਾਂਜੀ ਇਸ ਤਰ੍ਹਾਂ ਜਿੱਦਾਂ ਜਨਾਨੀਆਂ ਆਪੋ ਵਿੱਚ ਹੀ ਆਪਣੇ ਘਰ ਵਾਲੇ ਨਾਲ ਗੁਰੂ ਕੇ ਹਜ਼ੂਰ ਲਾਵਾਂ ਲੈਂਦੇ ਆ ਤੇ ਉਹ ਤੇ ਪੱਲਾ ਫੜਦੀ ਆ। ਹਾਂਜੀ ਇਸੇ ਤਰ੍ਹਾਂ ਹੀ ਇਹਨਾਂ ਦੇ ਪੱਲੇ ਫੜੇ ਹੋਏ ਆ, ਇਹ ਗਰਸੇ ਹੋਏ ਆ। ਠੀਕ ਹੈ। ਇਹ ਕੋਈ ਇਹਨਾਂ ਦੇ ਵਿੱਚ ਕੋਈ ਹੈ ਨਹੀਂ। ਜੇ ਬਿਹੰਗਮ ਮਤ ਸੀਗਾ ਸੰਤ ਈਸ਼ਰ ਸਿੰਘ ਵਿੱਚ ਸੀਗਾ। ਹਾਂਜੀ ਜੇ ਬਿਹੰਗਮ ਦੀ ਕੋਈ ਭਾਸ਼ਾ ਸੀਗੀ ਹਾਂਜੀ ਸੰਤ ਈਸ਼ਰ ਸਿੰਘ ਵਿੱਚ ਸੀਗੀ। ਹਾਂਜੀ ਇੱਕ ਇੰਦਰ ਸਿੰਘ ਜੋੜੀ ਵਾਲਾ ਹੁੰਦਾ ਸੀਗਾ, ਹਾਂਜੀ ਉਹਦੇ ਵਿੱਚ ਵੀ ਸੀਗੀ। ਠੀਕ ਹੈ। ਸੰਤ ਕੁੰਦੜ ਸਿੰਘ ਵਿੱਚ ਵੀ ਸੀ। ਹਾਂਜੀ ਤੇ ਜਿਹੜਾ ਸੰਤ ਆਪਣਾ ਸਾਧੂ ਸਿੰਘ ਸੀ ਹਾਂਜੀ ਇਹਦੇ ਵਿੱਚ ਵੀ ਸੀਗੀ। ਹਾਂਜੀ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਆਪਣੇ ਭਾਈ ਕੇਰ ਸਿੰਘ ਹੁੰਦਾ ਸੀਗਾ ਕੀਰਤਨੀਆ, ਹਾਂਜੀ ਉਹ ਵੀ ਠੀਕ ਸੀਗਾ। ਹਾਂਜੀ ਉਹਨਾਂ ਨੇ ਜਿਹੜੀ ਜ਼ਿੰਦਗੀ ਨਿਭਾਈ ਆ। ਹਾਂਜੀ ਇਹ ਪੁਰਾਣੇ ਬਿਹੰਗਮਾਂ ਦੀ ਮੇਰੇ ਕੋਲ ਮੈਨੂੰ ਪੁਰਾਣਾ ਗ੍ਰੰਥ ਮਿਲਿਆ। ਗ੍ਰੰਥ ਦੇ ਵਿੱਚ ਜਾਂਦੀ ਪਹਿਲਾਂ ਇਹ ਪੁਰਾਣੇ ਬਿਹੰਗਮਾਂ ਦੀ ਜਿਹੜੀ ਫੋਟੋ ਸੀਗੀ, ਗਰੁੱਪ ਫੋਟੋ ਆ ਇਹਨਾਂ ਦਾ। ਹਾਂਜੀ ਮੈਂ ਐਤਕੀ ਲੱਖਾ ਸਿੰਘ ਉਹਨੂੰ ਦਿਖਾਇਆ ਵੀ ਸੀਗਾ। ਹਾਂਜੀ ਇਹ ਗਰੁੱਪ ਫੋਟੋ ਹੈ ਇਹਨਾਂ ਦਾ। ਹਾਂਜੀ ਤੇ ਉਹਦੇ ਵਿੱਚ ਜਾਂਦੀ ਇਹੀ ਪੁਰਾਣੇ ਆ। ਹਾਂਜੀ ਸੰਤ ਕੁੰਦਣ ਸਿੰਘ, ਮੈਂ ਸੰਤ ਕਹਿੰਦਾ, ਉਹਦੇ ਵਿੱਚ ਭਾਈ ਲਿਖਿਆ ਹੋਇਆ। ਹਾਂਜੀ ਇਹ ਭਾਈ ਕੁੰਦਣ ਸਿੰਘ, ਭਾਈ ਸਾਧੂ ਸਿੰਘ, ਹਾਂਜੀ ਭਾਈ ਇੰਦਰ ਸਿੰਘ ਜੋੜੀ ਵਾਲਾ, ਹਾਂਜੀ ਤੇ ਭਾਈ ਕੇਰ ਸਿੰਘ, ਤੇ ਇੱਕ ਭਾਈ ਬਿਸ਼ਨ ਸਿੰਘ ਬਿਸ਼ਨੂ ਹਾਂਜੀ ਜਾਂਦੀ। ਉਹ ਬਾਬਾ ਜੀ ਬੜੇ ਉਧਰ ਕੌਂਕੇ ਵਾਲੀ ਖਿੜਕੀ 'ਚ ਜਿੱਧਰ ਆਹ ਨਰੈਣੇ ਕੇ ਖੋਲ੍ਹਦੇ ਆ ਆਪਦਾ ਦਰਵਾਜ਼ਾ ਜਿਹਾ, ਉਹ ਉਸ ਪਾਸੇ ਜਾਂਦੀ ਸੀਗਾ। ਇਹਨਾਂ ਲੋਕਾਂ ਦਾ
ਕੋਈ ਹੋਰ ਕੋਈ ਗੱਲ ਪੁੱਛਣੀ ਤਾਂ ਪੁੱਛ ਲਾ। ਬਾਤ ਜੀ ਫਤਿਹ ਆ ਜੀ। ਫਤਿਹ ਆ? ਹਾਂਜੀ। ਚੱਲ ਫਿਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਹੀ ਨਹੀਂ ਤੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀ ਤਾਂ ਕਿਹਾ ਕਰੋ। ਹਾਂਜੀ ਸੰਤ ਈਸ਼ਰ ਸਿਓ ਨੇ ਸਾਰੀ ਉਮਰ ਫਤਿਹ ਨਹੀਂ ਬੁਲਾਈ। ਠੀਕ ਹੈ ਜੀ। ਤੁਸੀਂ ਉਹਦੀਆਂ ਟੇਪਾਂ ਸੁਣੋ, ਆ ਜਿਹੜੇ ਬਚਨ ਲਾਉਂਦੇ ਹੁੰਦੇ ਆ ਐਤਵਾਰ ਨੂੰ। ਹਾਂਜੀ ਨਾ ਤਾਂ ਉਹ ਸ਼ੁਰੂ ਕਰਨ ਵੇਲੇ ਕਦੇ ਫਤਿਹ ਬੁਲਾਈ ਉਹਨੇ, ਹਾਂਜੀ ਨਾ ਹਟਣ ਲੱਗੇ ਨੇ ਕਦੇ ਫਤਿਹ ਬੁਲਾਈ। ਹਾਂਜੀ। ਇਹ ਇੱਥੇ ਕਹੀ ਜਾਂਦੇ ਜੀ ਫਤਿਹ ਬੁਲਾਉਣੀ ਚਾਹੀਦੀ ਆ, ਧੰਨ ਗੁਰੂ ਨਾਨਕ ਨਹੀਂ ਕਹਿਣਾ ਚਾਹੀਦਾ, ਫਲਾਨਾ ਨਹੀਂ ਕਹਿਣਾ ਚਾਹੀਦਾ। ਦਿੱਤਾ ਖਾਣ ਇਹ ਗੁਰੂ ਨਾਨਕ ਬਾਬੇ ਆਨੰਦ ਸਿੰਘ ਦਾ ਹਾਂਜੀ ਹੈ। ਮੱਥੇ ਟੇਕਣ ਇਹਨਾਂ ਨੂੰ ਸਾਰਾ ਕੁਝ ਇਹਨਾਂ ਦੇ ਕਰਕੇ। ਇਹ ਕਹਿੰਦੇ ਇਹਨਾਂ ਦਾ ਨਾਂ ਹੀ ਨਹੀਂ ਲੈਣਾ ਚਾਹੀਦਾ। ਇੱਥੇ ਨਾਂ ਲਓ ਕਿਹਦਾ? ਇਹ ਇਸਤਰੀ ਨੂੰ ਮਾਂ, ਪੈਸੇ ਨੂੰ ਗਾਂ, ਆਹ ਚੀਜ਼ਾਂ ਜਾਣਦੇ ਆ, ਹੋਰ ਕੀ ਜਾਣਦੇ ਆ? ਪੈਸਾ ਤਾਂ 5 ਰੁਪਏ ਵੀ ਦੇ ਦਿਓ, 500 ਰੁਪਇਆ ਦੇ ਦਿਓ, ਅਰਦਾਸ ਕਰਾ ਲਓ ਇਹਨਾਂ ਤੋਂ। ਆ ਹੁਣ ਤੁਸੀਂ ਪੂਰਨਮਾਸ਼ੀ ਦਾ ਦੇਖੋ, ਪੂਰਨਮਾਸ਼ੀ ਤੇ ਬੋਲਿਆ ਵੀ ਸਰਬੱਤ ਦੇ ਭਲੇ ਲਈ ਜਿਹੜੀ ਆਪਣੀ ਸੁਖਮਨੀ ਸਾਹਿਬ ਔਰਲੇ ਪਾਸੇ ਸਰੋਵਰ ਦੇ ਕਿਨਾਰੇ ਹੈ, ਇਹ ਸਰਬੱਤ ਦੇ ਭਲੇ ਲਈ ਇੱਥੇ ਪਾਠ ਹੁੰਦੇ ਆ। ਕਿਉਂ? ਹੋਰ ਭਿੰਗਮ। ਅੱਛਾ ਜੀ, ਇੱਧਰ ਪੁਨਿਆ ਵਾਲੇ ਠਾਠ ਦੇ ਵਿੱਚ ਇੱਥੇ ਉਹ ਲੱਖਾ ਸਿਉਣੀ ਆ, ਤੇ ਇਹਨਾਂ ਬਾਰੇ ਕਹਿਤਾ ਵੀ ਇੱਥੇ ਸਰਬੱਤ ਦੇ ਭਲੇ ਦੀ ਪਾਠ ਹੁੰਦੇ ਆ। 12 ਦਰੀ ਦੇ ਵਿੱਚ ਉੱਥੇ ਹੋਰ ਆ ਹੈ, ਉਹਦਾ ਕਹਿਤਾ ਵੀ ਇਹ ਸਰਬੱਤ ਦੇ ਭਲੇ ਲਈ ਪਾਠ ਕਰਦਾ। ਤੇ ਆਪ ਦਾ ਜਿਹੜਾ ਭਜਨ ਗੜ ਜਿਹਾ ਉਹ ਪਿਛਲੇ ਪਾਸੇ ਬਣਾਇਆ ਹੋਇਆ, ਉਹਦਾ ਨਾਂ ਨਹੀਂ ਲਿਆ। ਇਹ ਹੇਰਾ ਫੇਰੀ ਨਹੀਂ ਤੇ ਹੋਰ ਕੀ ਆ? ਉਹਦਾ ਵੀ ਨਾਂ ਲੈਂਦਾ ਵੀ ਇੱਥੇ ਜਿਹੜੇ ਪਾਠ ਹੁੰਦੇ ਆ ਵੀ ਸਰਬੱਤ ਦੇ ਭਲੇ ਲਈ ਹੁੰਦੇ ਆ। ਆਪ ਦਾ ਲੁਕੋ ਗਿਆ ਵੀ ਆਪਾਂ ਇਹਦੇ ਨਾਂ ਨਾ ਲਵੋ, ਬਾਕੀ ਕਹਿ ਦਿਓ ਵੀ ਇਹ ਜਿਹੜੀ ਸੰਗਤ ਆ ਸਿੱਧੀ ਭਜਨ ਗੜ ਆਊਗੀ, ਉੱਥੇ ਆਪਣੇ ਪੈਸੇ ਦਾ ਕੰਮ ਚੱਲੂਗਾ। ਉਹ ਇਹਨਾਂ ਲੋਕਾਂ ਦਾ ਕੀ ਆ? ਇਹ ਤਾਂ ਗਿਰੇ ਹੋਏ ਲੋਕ ਆ, ਇੰਨੇ ਗਿਰ ਚੁੱਕੇ ਆ, ਇੰਨੀ ਇਹਨਾਂ ਦੀ ਨੀਅਤ ਗਿਰ ਚੁੱਕੀ ਆ। ਇਹਨਾਂ ਲੋਕਾਂ ਦਾ ਨਹੀਂ ਕੋਈ ਤੁਸੀਂ ਅੰਤ ਪਾ ਸਕਦੇ। ਚਲੋ ਚੰਗਾ ਬਈ। ਚੰਗਾ।